ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਛੱਡਣ ਤੇ ਜੰਗਾਂ ਯੁੱਧਾਂ ਉਪਰੰਤ ਦਸਮ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਮਾਲਵੇ ਦੀ ਪਾਵਨ ਧਰਤੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ आज ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ ਸੀ। ਗੁਰੂ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਮਹਾਨ ਤਖਤਾਂ ਵਿੱਚੋਂ ਇੱਕ ਤਖਤ ਸ੍ਰੀ ਦਮਦਮਾ ਸਾਹਿਬ। ਕਲਗੀਧਰ ਪਾਤਸ਼ਾਹ ਜੀ ਨੇ ਇਸੇ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਸੀ। ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣਾ, ਚਮਕੌਰ ਦੀ ਗੜੀ ਵਿੱਚ ਲੜਨਾ ਤੇ ਬਾਅਦ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਇਤਿਹਾਸਕ ਯੁੱਧ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਡੱਲੇ ਦੀ ਤਲਵੰਡੀ ਪਹੁੰਚੇ ਸਨ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਯੁੱਧ ਤੋਂ ਬਾਅਦ ਤਲਵੰਡੀ ਸਾਬੋ ਦੀ ਧਰਤੀ ਨੂੰ ਪਹਿਲੀ ਵਾਰ ਜਨਵਰੀ 1706 ਈਸਵੀ ਦੇ ਵਿੱਚ ਆਪਣੀ ਮੁਬਾਰਕ ਚਰਨ ਛੋਹ ਬਖਸ਼ਿਸ਼ ਕਰਕੇ ਪਵਿੱਤਰਤਾ ਤੇ ਇਤਿਹਾਸਕਤਾ ਪ੍ਰਦਾਨ ਕੀਤੀ। ਇਸੇ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਥੇੜੀ ਤੇ ਟਿਕਾਣਾ ਕੀਤਾ ਤੇ ਬਾਅਦ ਵਿੱਚ ਆਪਣਾ ਕਮਰ ਕੱਸਾ ਖੋਲ ਕੇ ਦਮ ਲਿਆ ਸੀ। ਇਸੇ ਕਾਰਨ ਇਸ ਅਸਥਾਨ ਨੂੰ ਦਮਦਮਾ ਸਾਹਿਬ ਵੀ ਆਖਿਆ ਜਾਂਦਾ ਹੈ। ਤੇ ਆਓ ਕਰਦੇ ਹਾਂ ਤਲਵੰਡੀ ਸਾਬੋ ਦੀ ਧਰਤੀ ਤੇ ਸੁਭਾਇਮਾਨ ਗੁਰਦੁਆਰਾ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ। ਸਰਬੰਸਤਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਜਗ੍ਹਾ ਕਮਰ ਕੱਸਾ ਖੋਲ ਦਮ ਲਿਆ, ਉਹ ਧਰਤ ਸੁਖਾਵੀ ਅਗੰਮੀ ਛੋਹ ਪ੍ਰਾਪਤ ਕਰ ਗੁਰੂ ਕਾਸ਼ੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਵਿਸ਼ਵ ਦੇ ਵਿੱਚ ਪ੍ਰਸਿੱਧ ਹੋਈ। ਗੁਰੂ ਜੀ ਨੇ 9 ਮਹੀਨੇ ਤੋਂ ਵੱਧ ਦਾ ਸਮਾਂ ਬਤੀਤ ਕਰਕੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਲਈ ਇੱਥੇ ਕਈ ਕੰਮ ਕੀਤੇ ਤੇ ਅਨੇਕਾਂ ਧਾਰਮਿਕ ਇਤਿਹਾਸਕ ਕਾਰਜਾਂ ਨੂੰ ਸੰਪੂਰਨ ਕੀਤਾ। ਸਾਧ ਸੰਗਤ ਜੀ, ਇਹ ਪਾਵਨ ਪਵਿੱਤਰ ਸਥਾਨ ਜਿਨ੍ਹਾਂ ਦੇ ਆਪ ਜੀ ਦਰਸ਼ਨ ਕਰ ਦੀਦਾਰ ਕਰ ਰਹੇ ਹੋ, ਖਾਲਸਾ ਪੰਥ ਦਾ ਚੌਥਾ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਦੇ ਨਾਮ ਦੇ ਨਾਲ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਇਹ ਪਾਵਨ ਸਥਾਨ ਵਿਖੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਫਤਿਹ ਕਰਨ ਉਪਰੰਤ ਮਾਲਵੇ ਦੇ ਨਗਰਾਂ ਵਿੱਚ ਦੀ ਵਿਚਰਦੇ ਹੋਏ 1705 ਈਸਵੀ ਦੇ ਵਿੱਚ ਇਹ ਪਾਵਨ ਸਥਾਨ ਵਿਖੇ ਆਪਣੇ ਚਰਨ ਪਾਏ ਔਰ ਇਸ ਸਥਾਨ ਤੇ ਆਣ ਕੇ ਆਪਣਾ ਜੰਗੀ ਕਮਰ ਕੱਸਾ ਖੋਲਿਆ, ਦਮ ਲਿਆ। ਇਸ ਕਰਕੇ ਪਾਵਨ ਸਥਾਨ ਦਾ ਨਾਮ ਦਮਦਮਾ ਸਾਹਿਬ ਪਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ 17 ਮੀਲ ਦੱਖਣ ਵੱਲ ਤਲਵੰਡੀ ਸਾਬੋ ਨਾਮ ਦੇ ਨਗਰ ਦੇ ਵਿੱਚ ਸੁਭਾਇਮਾਨ ਹੈ। ਇਹ ਸਥਾਨ ਸਿੱਖ ਪੰਥ ਦੇ 5 ਤਖਤਾਂ ਦੇ ਵਿੱਚੋਂ ਚੌਥੇ ਤਖਤ ਦਾ ਸਥਾਨ ਰੱਖਦਾ ਹੈ। ਇਹ ਨਗਰ ਗੁਰੂ ਕੀ ਕਾਸ਼ੀ ਦੇ ਆਸ਼ੀਰਵਾਦ ਦੇ ਨਾਲ ਵੀ ਸੁਸ਼ੋਭਿਤ ਹੈ। ਤਲਵੰਡੀ ਸਾਬੋ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਪੱਕਾ ਪਿੰਡ ਤੋਂ ਆਏ ਸਨ, ਜੋ ਤਲਵੰਡੀ ਤੋਂ 10 ਕੋਹ ਦੀ ਦੂਰੀ ਤੇ ਸਥਿਤ ਹੈ। ਗੁਰੂ ਜੀ ਦਾ ਆਉਣਾ ਸੁਣ ਕੇ ਭਾਈ ਡੱਲੇ ਨੇ ਨਗਰ ਤੇ ਹੋਰ ਇਲਾਕਿਆਂ ਦੇ ਵਿੱਚੋਂ 400 ਵਿਅਕਤੀਆਂ ਨੂੰ ਨਾਲ ਲੈ ਕੇ ਤਲਵੰਡੀ ਤੋਂ ਬਾਹਰ ਆ ਗੁਰੂ ਜੀ ਦਾ ਸਵਾਗਤ ਕੀਤਾ। ਤਲਵੰਡੀ ਸਾਬੋ ਪਹੁੰਚਣ ਤੇ ਭਾਈ ਡੱਲ ਸਿੰਘ ਨੇ ਗੁਰੂ ਜੀ ਨੂੰ ਬਹੁਤ ਆਦਰ ਸਤਿਕਾਰ ਦੇ ਨਾਲ ਨਗਰ ਦੇ ਵਿੱਚ ਲਿਆਂਦਾ। ਭਾਈ ਡੱਲਾ ਜੀ ਨੇ ਗੁਰੂ ਜੀ ਨੂੰ ਆਪਣੇ ਕਿਲੇ ਦੇ ਵਿੱਚ ਨਿਵਾਸ ਰੱਖਣ ਦੀ ਬੇਨਤੀ ਕੀਤੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਸਥਾਨ ਤੇ ਟਿਕਾਣਾ ਕੀਤਾ। ਭਾਈ ਡੱਲਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪਰਿਵਾਰ ਸਹਿਤ ਬਹੁਤ ਸੇਵਾ ਕੀਤੀ। ਇਹ ਵੀ ਦੱਸਦੇ ਕਿ ਜਗਤ ਗੁਰੂ ਬਾਬਾ ਨਾਨਕ ਦੇਵ ਜੀ 1515 ਈਸਵੀ ਦੇ ਵਿੱਚ ਸਰਸੇ ਤੋਂ ਸੁਲਤਾਨਪੁਰ ਨੂੰ ਜਾਂਦਿਆਂ ਇੱਥੇ ਬਿਰਾਜੇ ਸਨ।
159 ਸਾਲ ਪਿੱਛੋਂ 1674 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਵੀ ਇੱਥੇ ਗੁਰੂਸਰ ਸਰੋਵਰ ਦਾ ਟੱਕ ਲਾਇਆ ਤੇ 5 ਦੁਸ਼ਾਲੇ ਮਿੱਟੀ ਦੇ ਭਰ ਕੇ ਕੱਢੇ। 31 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਦੇ ਵਿੱਚ ਜੰਗਾਂ ਯੁੱਧਾਂ ਪਿੱਛੋਂ ਇਸ ਅਸਥਾਨ ਤੇ ਇੱਕ ਉੱਚੀ ਥੇੜੀ ਤੇ ਆ ਕੇ ਦਮ ਲਿਆ ਤੇ ਕਮਰ ਕੱਸਾ ਖੋਲਿਆ। ਇਸੇ ਥਾਂ ਤੋਂ ਦਸ਼ਮੇਸ਼ ਪਿਤਾ ਨੇ ਸਿੱਖ ਸੰਤਾਂ ਦੇ ਨਾਮ ਹੁਕਮਨਾਮੇ ਜਾਰੀ ਕਰਕੇ ਇਸ ਨੂੰ ਤਖਤ ਵਜੋਂ ਮਾਨਤਾ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਦੁਸ਼ਾਲੇ ਦੇ ਨਾਲ 5 ਦੁਸ਼ਾਲੇ ਦੇ ਨਾਲ ਕਾਰ ਸੇਵਾ ਦੇ ਜਿਹੜੀ ਮਿੱਟੀ ਸੀ ਉਹ 5 ਵਾਰ ਦੁਸ਼ਾਲੇ 'ਚ ਪਾ ਕੇ ਬਾਹਰ ਕੱਢੀ। ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਇਹ ਸੇਵਾ ਨੂੰ ਸੰਪੰਨ ਕੀਤਾ 5 ਢਾਲਾਂ ਉਹਨਾਂ ਨੇ ਭਰ ਕੇ ਕਾਰ ਸੇਵਾ ਦੀਆਂ ਬਾਹਰ ਕੱਢੀਆਂ। ਇਹ ਸੰਪੂਰਨ ਕਰਕੇ ਸੇਵਾ ਨੂੰ ਤੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਇੱਥੇ ਅੰਮ੍ਰਿਤ ਸੰਚਾਰ ਕੀਤਾ। 1.25 ਲੱਖ ਪ੍ਰਾਣੀ ਨੂੰ ਖੰਡੇ ਬਾਟੇ ਦੀ ਦਾਤ ਬਖਸ਼ੀ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਮਹਾਨ ਕਾਰਜਾਂ ਨੂੰ ਨੇਪਰੇ ਚਾੜਿਆ, ਜਿਵੇਂ ਕਿ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੀਂ ਬੀੜ ਲਿਖਵਾਉਣਾ, ਜੋ ਕਿ ਦਮਦਮੀ ਜਾਂ ਫਿਰ ਹਜ਼ੂਰੀ ਬੀੜ ਦੇ ਵਿੱਚੋਂ ਪ੍ਰਸਿੱਧ ਹੋਈ। ਇਸ ਬੀੜ ਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਗਈ। ਇਸ ਬੀੜ ਦੇ ਬਾਬਾ ਦੀਪ ਸਿੰਘ ਤੋਂ ਹੋਰ ਉਤਾਰੇ ਕਰਵਾ ਕੇ ਚਾਰੇ ਤਖਤਾਂ ਤੇ ਭੇਜੇ ਗਏ, ਜਿੱਥੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੰਪੂਰਨ ਕੀਤਾ। ਉੱਥੇ ਹੀ ਗੁਰਬਾਣੀ ਦੀ ਵਿਆਖਿਆ ਵੀ ਲਗਾਤਾਰ ਕਰਨੀ ਆਰੰਭ ਕੀਤੀ। ਗੁਰੂ ਜੀ ਦੇ ਮੁਖਾਰਬਿੰਦ ਤੋਂ ਆਦ ਤੋਂ ਅੰਤ ਤੱਕ ਕਥਾ ਸਰਵਣ ਕਰਨ ਵਾਲੇ 48 ਗੁਰਸਿੱਖਾਂ ਦਾ ਵੇਰਵਾ ਇਤਿਹਾਸ ਦੇ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਤੇ ਉਹ ਦੇਹ ਤੋਂ ਬਦੇ ਹੋਏ। ਮਿਸਲ ਸ਼ਹੀਦਾਂ ਦੇ ਸਰਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦੇਖ ਰੇਖ ਹੇਠ ਗੁਰਬਾਣੀ ਪੜ੍ਹਨ, ਪੜ੍ਹਾਉਣ, ਲਿਖਣ, ਲਿਖਵਾਉਣ, ਅਰਥ ਸੰਚਾਰ ਦੇ ਲਈ ਟਕਸਾਲ ਵੀ ਇੱਥੇ ਹੀ ਸ਼ੁਰੂ ਹੋਈ ਸੀ, ਜੋ ਕਿ ਦਮਦਮੀ ਟਕਸਾਲ ਦੇ ਨਾਲ ਅੱਜ ਵੀ ਪ੍ਰਸਿੱਧ ਹੈ। ਇਸ ਦਮਦਮਾ ਸਾਹਿਬ ਜੀ ਦੇ ਪਾਵਨ ਸਥਾਨ ਵਿਖੇ ਕਲਗੀਧਰ ਪਾਤਸ਼ਾਹ ਜੀ ਨੇ ਮਹਾਨ ਕਾਰਜ ਕੀਤੇ, ਜਿਨ੍ਹਾਂ ਕਾਰਜਾਂ ਦੇ ਵਿੱਚ ਸਭ ਤੋਂ ਵੱਡਾ ਕਾਰਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਾਉਣੀ, ਔਰ ਦੂਸਰਾ ਕਾਰਜ ਇਸ ਪਾਵਨ ਸਥਾਨ ਨੂੰ ਗੁਰੂ ਕਾਸ਼ੀ ਦਾ ਵਰਦਾਨ ਬਖਸ਼ਿਸ਼ ਕਰਨਾ। ਤੀਸਰਾ ਕਾਰਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖੀ ਸਿਦਕ ਦੀ ਪਰ ਕਰਕੇ ਉਹਨਾਂ ਮਹਾਨ ਸਿੱਖਾਂ ਨੂੰ ਮਾਣ ਬਖਸ਼ਿਸ਼ ਕਰਨਾ। ਤੇ ਚੌਥਾ ਕਾਰਜ ਸਾਧ ਸੰਗਤ ਜੀ ਜੋ ਤਖਤ ਸਾਹਿਬ ਦੀ ਪਾਵਨ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪੂਰਨਤਾ ਦਾ ਕਾਰਜ ਇੱਕ ਭਾਰੀ ਤੇ ਕਠਿਨ ਕਾਰਜ ਸੀ, ਜਿਸ ਵਿੱਚ ਅਨੇਕਾਂ ਕਲਮਾਂ, ਕਾਗਜ਼ ਤੇ ਸਿਹਾਈ ਦੀ ਵਰਤੋਂ ਹੋਈ। ਲਿਖਾਈ ਕਰਦਿਆਂ ਜਿਸ ਕਲਮ ਦਾ ਮੂੰਹ ਘਸ ਜਾਂਦਾ, ਗੁਰੂ ਸਾਹਿਬ ਜੀ ਉਸ ਕਲਮ ਨੂੰ ਦੁਬਾਰਾ ਨਹੀਂ ਕੱਢਦੇ ਸਨ ਤੇ ਪੁਰਾਣੀ ਕਲਮ ਨੂੰ ਸੰਭਾਲ ਕੇ ਰੱਖਦੇ ਰਹੇ। ਲਿਖਾਈ ਦੇ ਕਾਰਜ ਦੀ ਸਮਾਪਤੀ ਤੋਂ ਬਾਅਦ ਇਸ ਪ੍ਰਕਾਰ ਦੀਆਂ ਕਸੀਆਂ ਕਲਮਾਂ ਤੇ ਬਚੀ ਸਿਆਹੀ ਨੂੰ ਗੁਰੂ ਜੀ ਨੇ ਮੌਜੂਦਾ ਲਿਖਣਸਰ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਫਰਮਾਇਆ ਕਿ ਇਹ ਸਥਾਨ ਗੁਰੂ ਕੀ ਕਾਸ਼ੀ ਹੈ, ਭਾਵ ਦਮਦਮਾ ਸਾਹਿਬ ਗੁਰਮਤ ਦੇ ਗਿਆਨ ਦਾ ਮਹਾਨ ਕੇਂਦਰ ਹੋਵੇਗਾ, ਜਿੱਥੇ ਗੁਰਮਤ ਦੇ ਵਿੱਚ ਪ੍ਰਬੁੱਧ ਵਿਦਵਾਨ ਲਿਖਾਰੀ ਪੈਦਾ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਜਿੰਨੀਆਂ ਵੀ ਕਲਮਾਂ ਸਿਆਹੀ ਵਧੀ ਤੇ ਕੁਝ ਨਵੀਆਂ ਕਲਮਾਂ ਕਢਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਗੁਰਦੁਆਰਾ ਲਿਖਣਸਰ ਦੇ ਸਰੋਵਰ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਔਰ ਬਚਨ ਕੀਤਾ, ਇਹ ਹੈ ਪ੍ਰਗਟ ਹਮਾਰੀ ਕਾਂਚੀ, ਪੜ ਹੈ ਇਹਾਂ ਢੋਰ ਮਤ ਰਾਸੀ, ਲੇਖ ਗੁਣੀ ਗੋਵਿੰਦ ਗਿਆਨੀ, ਬੁੱਧ ਸਿੰਧੂ ਹੈ ਇਤਿਆਨੀ, ਤਿਨ ਕੇ ਕਾਰਨ ਕਲਮ ਕਾੜ ਦੇਤ, ਪ੍ਰਗਟ ਹਮ ਡਾਰ, ਸਿੱਖ ਸਖਾਇਤ ਪੜेंगे ਹਮਰੇ ਕਈ ਹਜ਼ਾਰ। ਗੁਰੂ ਕਾਂਚੀ ਦਾ ਵਰਦਾਨ ਬਖਸ਼ਿਸ਼ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ ਔਰ ਬਚਨ ਕੀਤਾ, ਜਿਹੜੇ ਵੀ ਪ੍ਰਾਣੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਆਣ ਕੇ ਗੁਰਮੁਖੀ 35 ਲਿਖਣ, ਉਹਨਾਂ ਨੂੰ ਗੁਰਮਤਿ ਵਿਦਿਆ ਅਤੇ ਦੁਨਿਆਵੀ ਵਿਦਿਆ ਦੀ ਪ੍ਰਾਪਤੀ ਹੋਵੇਗੀ। ਤਖਤ ਸ੍ਰੀ ਦਮਦਮਾ ਸਾਹਿਬ ਦੀ ਪਰਿਕਰਮਾ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਵੀ ਸੁਭਾਇਮਾਨ। ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਆਣ ਬਿਰਾਜੇ ਸਨ।
ਆਪ ਜੀ ਨੇ ਸ੍ਰੀ ਦਮਦਮਾ ਸਾਹਿਬ ਵਾਲੇ ਟਿੱਬੇ ਵੱਲ ਇਸ਼ਾਰਾ ਕਰਕੇ ਭਵਿੱਖਬਾਣੀ ਕੀਤੀ ਸੀ ਕਿ ਇਸ ਅਸਥਾਨ ਤੇ ਬੈਠਣ ਵਾਲੇ ਤੇਜਸਵੀ ਸਤਪੁਰਖ ਮਹਾਬਲੀ ਗੁਰੂ ਗੋਬਿੰਦ ਸਿੰਘ ਜੀ ਆਉਣਗੇ। ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਬੇਅੰਤ ਰਹਿਮਤਾਂ ਕੀਤੀਆਂ। ਜਿੱਥੇ ਮਹਾਰਾਜ ਦੇ ਇੱਥੇ ਇਤਿਹਾਸਕ ਸਥਾਨ ਨੇ, ਉੱਥੇ 9ਵੇਂ ਪਾਤਸ਼ਾਹ ਜੀ ਨੇ ਸਥਾਨ ਤੇ ਚਰਨ ਪਾਏ ਸਨ, ਜੋ ਗੁਰਦੁਆਰਾ ਮੰਜੀ ਸਾਹਿਬ ਹੈ। ਔਰ 9ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਮਹਾਨ ਯੋਧਾ ਸੂਰਬੀਰ ਆਣ ਕੇ ਬਿਰਾਜੇਗਾ। ਕਲਗੀਧਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ 34 ਸਾਲ ਬਾਅਦ ਇੱਥੇ ਆਣ ਕੇ ਸਤਿਗੁਰਾਂ ਨੇ ਮੁਬਾਰਕ ਚਰਨ ਪਾਏ ਸਨ। ਇਹ ਪਾਵਨ ਧਰਤੀ ਨੂੰ ਨਵਾਜਿਆ। ਤਖਤ ਸਾਹਿਬ ਦੇ ਸਾਹਮਣੇ ਹੀ ਬਾਬਾ ਦੀਪ ਸਿੰਘ ਜੀ ਦਾ ਆਪਣੇ ਹੱਥੀਂ ਲਾਇਆ ਹੋਇਆ ਖੂਹ ਵੀ ਮੌਜੂਦ ਹੈ, ਜੋ ਕਿ ਇਸ ਇਲਾਕੇ ਦੇ ਵਿੱਚ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਲਵਾਇਆ, ਜਿਸ ਦਾ ਜਲ ਠੰਡਾ ਤੇ ਮਿੱਠਾ ਹੈ ਤੇ ਸਮੁੱਚੇ ਕੰਪਲੈਕਸ ਦੇ ਵਿੱਚ ਇਸ ਦਾ ਪਾਣੀ ਅੱਜ ਵੀ ਵਰਤਿਆ ਜਾਂਦਾ ਹੈ। ਤਖਤ ਸਾਹਿਬ ਦੀ ਇਮਾਰਤ ਦੇ ਨਾਲ ਹੀ ਪਰਿਕਰਮਾ ਦੇ ਵਿੱਚ ਇੱਕ 8 ਕੋਨਾ ਸਰੋਵਰ ਅਕਾਲਸਰ ਵੀ ਹੈ। ਇਸ ਸਰੋਵਰ ਦੇ ਵਿੱਚ ਦਸਮ ਪਿਤਾ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸੀ ਇਸ਼ਨਾਨ ਕਰਿਆ ਕਰਦੇ ਸਨ। ਪ੍ਰਾਚੀਨ ਸਮੇਂ ਦੇ ਵਿੱਚ ਸਰੋਵਰ ਦੀ ਕਾਰ ਸੇਵਾ ਬਾਬਾ ਦੀਪ ਸਿੰਘ ਜੀ ਨੇ ਕਰਵਾਈ ਸੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਜੀ ਸੁਭਾਈਮਾਨ ਹੈ, ਜਿੱਥੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੇ ਰਿਹਾਇਸ਼ ਰੱਖੀ ਸੀ। ਇਹ ਅਸਥਾਨ ਤਖਤ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਮੌਜੂਦ ਹੈ। ਇੱਥੇ ਹੀ ਮਾਤਾਵਾਂ ਦੇ ਵੱਲੋਂ ਸਾਹਿਬਜ਼ਾਦਿਆਂ ਬਾਰੇ ਪੁੱਛਣ ਤੇ ਗੁਰੂ ਜੀ ਨੇ ਸਿੱਖ ਸੰਗਤ ਵੱਲ ਇਸ਼ਾਰਾ ਕਰਕੇ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੁਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ। ਇਸੇ ਸਥਾਨ ਤੇ ਸਾਧ ਸੰਗਤ ਜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਰਸ਼ਨ ਕੀਤੇ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀਆਂ ਨੇ ਉਸ ਵੇਲੇ ਮਹਾਰਾਜ ਦੇ ਕੋਲ ਬੇਅੰਤ ਖਾਲਸਾ ਸਜਿਆ ਸੀ ਤੇ ਮਾਤਾ ਜੀ ਨੇ ਆਣ ਕੇ ਬੇਨਤੀ ਕੀਤੀ, ਸਤਿਗੁਰੂ ਜੀ ਵੱਡੇ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਨਜ਼ਰ ਨਹੀਂ ਆ ਰਹੇ। ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਬਚਨ ਕੀਤਾ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਭਇਆ ਇਹ ਜੀਵਤ ਕਈ ਹਜ਼ਾਰ। ਖਾਲਸੇ ਨੂੰ ਪੁੱਤਰ ਨਵਾਜ ਕੇ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ ਤੇ ਬੇਅੰਤ ਬਖਸ਼ਾ ਕੀਤੀ। ਇਹ ਮੁੱਖ 4 ਕਾਰਜ ਨੇ ਖਾਲਸਾ ਜੀ। ਪਹਿਲਾ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ, ਫਿਰ ਗੁਰੂ ਕਾਂਸ਼ੀ ਦਾ ਵਰਦਾਨ ਤੇ ਨਾਲ ਸਤਿਗੁਰਾਂ ਨੇ ਸਿੱਖੀ ਸਿਦਕ ਦੀ ਪਰਖ ਕੀਤੀ ਤੇ ਖਾਲਸੇ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ। ਇਹ ਸਥਾਨ ਬਾਬਾ ਬੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ, ਜੋ ਤਖਤ ਸਾਹਿਬ ਦੇ ਨਜ਼ਦੀਕ ਪੂਰਬ ਵੱਲ ਹੈ। ਜਦੋਂ ਦਸਮ ਪਿਤਾ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਿਆ ਸੀ ਤਾਂ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਬੰਦੂਕ ਦੇ ਨਿਸ਼ਾਨੇ ਅੱਗੇ ਇਸ ਅਸਥਾਨ ਤੇ ਆ ਕੇ ਖੜੇ ਹੋਏ ਸਨ। ਇੱਥੇ ਇੱਕ ਲਾਹੌਰ ਦਾ ਵਾਸੀ ਭਾਈ ਉਦੇ ਸਿੰਘ ਆਪਣੇ ਹੱਥੀਂ ਬੰਦੂਕ ਤਿਆਰ ਕਰਕੇ ਤਖਤ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚਿਆ ਤੇ ਬੇਨਤੀ ਕੀਤੀ, ਮਹਾਰਾਜ ਇਹ ਬੰਦੂਕ ਮੈਂ ਆਪਣੇ ਹੱਥੀਂ ਤਿਆਰ ਕੀਤੀ ਹੈ, ਬੜੀ ਪੱਕੇ ਲੋਹੇ ਦੀ ਬੜੀ ਲੰਬੀ ਮਾਰ ਹੈ, ਆਪ ਜੀ ਕਿਰਪਾ ਕਰਕੇ ਆਪਣੇ ਚਰਨਾਂ 'ਚ ਪ੍ਰਵਾਨ ਕਰੋ। ਹਜੂਰ ਦੇ ਪਾਸ ਭਾਈ ਡਲ ਸਿੰਘ ਸਜਿਆ ਕਰਦਾ ਸੀ। ਜਦੋਂ ਵੀ ਭਾਈ ਡਲ ਸਿੰਘ ਸਤਿਗੁਰਾਂ ਦੇ ਕੋਲ ਬੈਠਦਾ ਤੇ ਜੰਗ ਯੁੱਧ ਦੇ ਬਚਨ ਬਲਾਸ ਚੱਲਦੇ, ਭਾਈ ਡਲ ਸਿੰਘ ਅਕਸਰ ਹੀ ਚਿਤਾਰ ਦਿਆ ਕਰਦਾ, ਸਤਿਗੁਰੂ ਮੇਰੇ ਕੋਲ ਬੜੇ ਬਹਾਦਰ ਸੂਰਮੇ ਸਨ, ਮੈਨੂੰ ਕਿਤੇ ਅਨੰਦਪੁਰ ਸਾਹਿਬ ਵਿਖੇ ਯਾਦ ਕਰਦੇ ਮੈਂ ਆਪਣੀ ਬਹਾਦਰ ਫੌਜ ਲੈ ਕੇ ਪਹੁੰਚ ਜਾਂਦਾ। ਆਪ ਜੀਆਂ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਨਾ ਖਾਲੀ ਕਰਨਾ ਪੈਂਦਾ, ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਵੇਲੇ ਬਚਨ ਕਰਿਆ ਕਰਦੇ ਸਨ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਸੀ, ਇਵੇਂ ਹੋ ਕਰਕੇ ਰਹਿਣਾ ਸੀ। ਉਸ ਦਿਨ ਸਤਿਗੁਰਾਂ ਨੇ ਬਚਨ ਕੀਤਾ, ਭਾਈ ਡਲ ਸਿਆਂ ਜੇ ਤੈਨੂੰ ਆਪਣੀ ਫੌਜ ਤੇ ਇਤਨਾ ਮਾਣ ਹੈ, ਆ ਸਿੰਘ ਆਪਣੀ ਰਫਲ ਦੀ ਬਹੁਤ ਸਿਫਤ ਕਰਦਾ, ਲਿਆ ਕੋ ਸੂਰਮਾ ਇਸ ਰਫਲ ਦਾ ਨਿਸ਼ਾਨਾ ਪਰਖ ਲਈਏ। ਭਾਈ ਡਲ ਸਿੰਘ ਨੇ ਆਪਣੀ ਫੌਜ ਨੂੰ ਆਵਾਜ਼ ਦਿੱਤੀ, ਸਿੰਘ ਕਿ ਮਹਾਰਾਜ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਕੋ ਸੂਰਮਾ ਆਪਣਾ ਨਾਮ ਪੇਸ਼ ਕਰੋ। ਅੱਗਿਓਂ ਸਾਰੀ ਫੌਜ ਨੇ ਜਵਾਬ ਦਿੱਤਾ, ਸਾਨੂੰ ਖੜ ਕੇ ਗੋਲੀ ਖਾ ਕੇ ਮਰਨ ਵਾਲੀ ਮੌਤ ਮਨਜ਼ੂਰ ਨਹੀਂ ਹੈ, ਸਾਨੂੰ ਮੈਦਾਨੇ ਜੰਗ ਵਿੱਚ ਲੜਾ ਕੇ ਦੇਖੋ, ਅਸੀਂ ਮਰੀਏ ਜਾਂ ਮਾਰੀਏ।
ਭਾਈ ਡਲ ਸਿੰਘ ਵਾਪਸ ਸਤਿਗੁਰਾਂ ਦੇ ਪਾਸ ਆਉਂਦਾ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਡਲ ਸਿਆਂ, ਹੁਣ ਸਾਡੇ ਸਿੰਘਾਂ ਨੂੰ ਆਵਾਜ਼ ਮਾਰ ਕੇ ਦੇਖ। ਜਦੋਂ ਆਵਾਜ਼ ਮਾਰੀ ਸਿੰਘੋ, ਸਤਿਗੁਰਾਂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਕੋਈ ਸਿੰਘ ਇਸ ਪਰਖ ਵਾਸਤੇ ਸਾਹਮਣੇ ਆਵੇ। ਸਾਧ ਸੰਗਤ ਜੀ, ਇਹ ਆਵਾਜ਼ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਜੀ ਨੇ ਸੁਣਨਾ ਕੀਤੀ। ਦੋਨੋਂ ਸਿੰਘ ਦਸਤਾਰਾਂ ਸਜਾ ਰਹੇ ਸਨ। ਅੱਧੀਆਂ ਕੋ ਦਸਤਾਰਾਂ ਸਜਾਈਆਂ, ਅੱਧੀਆਂ ਹੱਥਾਂ ਵਿੱਚ ਸਨ। ਆਵਾਜ਼ ਸੁਣਦਿਆਂ ਸਾਰ ਦੌੜ ਕੇ ਸਤਿਗੁਰਾਂ ਦੇ ਸਨਮੁਖ ਆਏ। ਹਜੂਰ ਨੇ ਬਚਨ ਕੀਤਾ ਕਿ ਭਾਈ ਅਸਾਂ ਇੱਕ ਸਿੰਘ ਨੂੰ ਯਾਦ ਕੀਤਾ ਏ। ਬਾਬਾ ਵੀਰ ਸਿੰਘ ਕਹਿਣ ਲੱਗੇ, ਸਤਿਗੁਰੂ ਪਹਿਲਾਂ ਮੈਂ ਆਵਾਜ਼ ਸੁਣੀ, ਮੇਰੇ ਤੇ ਨਿਸ਼ਾਨਾ ਪਰਖੋ। ਬਾਬਾ ਧੀਰ ਸਿੰਘ ਜੀ ਕਹਿਣ ਲੱਗੇ, ਨਹੀਂ ਸਤਿਗੁਰੂ, ਪਹਿਲਾਂ ਮੈਂ ਆਵਾਜ਼ ਸੁਣ ਕੇ ਆਇਆ, ਮੇਰੇ ਤੇ ਨਿਸ਼ਾਨਾ ਪਰਖੋ। ਹਜੂਰ ਨੇ ਦੋਨਾਂ ਸਿੰਘਾਂ ਨੂੰ ਸਾਹਮਣੇ ਰੋਕ ਕਰਕੇ ਬੰਦੂਕ ਦਾ ਨਿਸ਼ਾਨਾ ਸੇਧਿਆ। ਥੋੜੀ ਕੋਈ ਸ਼ਿਸਤ ਨੀਵੀਂ ਹੁੰਦੀ, ਦੋਨੋਂ ਸਿੰਘ ਵੀਰ ਆਸਨ ਹੋ ਕੇ ਬੈਠ ਜਾਂਦੇ। ਥੋੜੀ ਕੋਈ ਸ਼ਿਸਤ ਉੱਚੀ ਹੁੰਦੀ, ਦੋਨੋਂ ਸਿੰਘ ਪੱਬਾਂ ਭਾਰ ਹੋ ਕੇ ਛਾਤੀਆਂ ਤਾਣ ਕੇ ਹਜੂਰ ਦੇ ਸਨਮੁਖ ਖਲੋਣਾ ਕਰਦੇ। ਖਾਲਸਾ ਜੀ, ਸਤਿਗੁਰਾਂ ਨੇ ਆਪਣੇ ਸਿੰਘਾਂ ਨੂੰ ਮਾਣ ਬਖਸ਼ਿਸ਼ ਕਰਦਿਆਂ ਬੰਦੂਕ ਦਾ ਫੈਰ ਦੋਨਾਂ ਸਿੰਘਾਂ ਦੇ ਉੱਪਰ ਦੀ ਕਰ ਦਿੱਤਾ। ਸਿੰਘ ਸਿੱਖੀ ਸਿਦਕ ਦੀ ਪਰਖ 'ਚ ਪਾਸ ਹੋਏ। ਭਾਈ ਡਲ ਸਿੰਘ ਤੇ ਉਹਨਾਂ ਦੀ ਫੌਜ ਇਸ ਪਰਖ 'ਚ ਪਾਸ ਨਾ ਹੋ ਸਕੀ। ਇਸ ਕੌਤਕ ਨੂੰ ਵੇਖ ਕੇ ਭਾਈ ਡਲ ਸਿੰਘ ਜੀ ਬੜੇ ਹੈਰਾਨ ਹੋਏ। ਮਹਾਰਾਜ, ਇਹਨਾਂ ਸਿੰਘਾਂ ਵਿੱਚ ਇੰਨੀ ਤਾਕਤ, ਇੰਨੀ ਦਲੇਰੀ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਡਲ ਸਿਆਂ, ਇਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਗੁਰ ਸ਼ਬਦ ਕਮਾਈ ਕੀਤੀ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛਾੜੇ ਆਸ, ਉਹ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਉੱਥੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਅੱਜ ਵੀ ਉਸ ਸਮੇਂ ਦੀਆਂ ਯਾਦਗਾਰੀ ਵਸਤੂਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈ ਇਤਿਹਾਸਕ ਬੀੜ ਸਾਹਿਬ। ਇਹ ਬੀੜ ਬਾਬਾ ਦੀਪ ਸਿੰਘ ਜੀ ਦੇ ਵੱਲੋਂ ਲਿਖੀ ਗਈ ਸੀ। ਸ੍ਰੀ ਸਾਹਿਬ, ਇਹ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਜਿਸ ਦੇ ਦਰਸ਼ਨ ਹਰ ਰੋਜ਼ ਕਈ ਸੰਗਤਾਂ ਕਰਦੀਆਂ ਨੇ। ਇਸ ਦੇ ਨਾਲ ਹੀ ਗੁਰੂ ਜੀ ਨੇ ਬਾਬਾ ਵੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ ਰੰਗਰੇਟੇ ਸਿੱਖਾਂ ਦੀ ਜਿਸ ਬੰਦੂਕ ਨਾਲ ਪਰਖ ਕੀਤੀ ਸੀ, ਉਹ ਬੰਦੂਕ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਇਮਾਨ ਹੈ। ਉੱਥੇ ਹੀ ਸਾਧ ਸੰਗਤ ਜੀ ਮਹਾਰਾਜ ਦੇ ਸ਼ਸਤਰ ਨੇ, ਜਿਵੇਂ ਸਤਿਗੁਰਾਂ ਦਾ ਸ੍ਰੀ ਸਾਹਿਬ ਤਖਤ ਸਾਹਿਬ ਵਿਖੇ ਸੁਭਾਇਮਾਨ, ਜਿਨ੍ਹਾਂ ਦੇ ਸੰਗਤਾਂ ਰੋਜ਼ਾਨਾ ਦਰਸ਼ਨ ਦੀਦਾਰ ਕਰਦੀਆਂ ਨੇ। ਉੱਥੇ ਉਹ ਬੰਦੂਕ ਜਿਸ ਦੇ ਨਾਲ ਸਿੱਖੀ ਸਿਦਕ ਦੀ ਪਰਖ ਕੀਤੀ ਹੈ, ਉਹ ਵੀ ਸੁਭਾਇਮਾਨ, ਸੰਗਤਾਂ ਰੋਜ਼ਾਨਾ ਦਰਸ਼ਨ ਕਰਦੀਆਂ। ਉੱਥੇ ਹੀ ਤਖਤ ਸਾਹਿਬ ਦੀ ਮੋਹਰ ਜੋ ਕਲਗੀਧਰ ਪਾਤਸ਼ਾਹ ਜੀ ਨੇ ਆਪ ਹੁਕਮ ਦੇ ਕੇ ਤਿਆਰ ਕਰਵਾਈ। ਜਦੋਂ ਸੰਗਤਾਂ ਦਾ ਹੀ ਹੁਕਮਨਾਮਾ ਜਾਰੀ ਕਰਦੇ ਸਨ, ਉਹਨਾਂ ਹੁਕਮਨਾਮੇ ਉੱਪਰ ਉਹ ਮੋਹਰ ਲਗਾ ਕੇ ਭੇਜਿਆ ਕਰਦੇ। ਇਸ ਮੋਹਰ ਦੇ ਉੱਪਰ ਗੁਰਮੁਖੀ ਪੰਜਾਬੀ ਦੇ ਵਿੱਚ ਸ਼ਬਦ ਉਕਰੇ ਨੇ, ਅਕਾਲ ਸਹਾਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਜਗ੍ਹਾ ਤਖਤ ਸ੍ਰੀ ਦਮਦਮਾ ਜੀ। ਇਸ ਪਾਵਨ ਮੋਹਰ ਨੂੰ ਕਲਗੀਧਰ ਪਾਤਸ਼ਾਹ ਜੀਆਂ ਦੇ ਕਰ ਕਮਲਾਂ ਦੀ ਸ਼ੋਅ ਪ੍ਰਾਪਤ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀਆਂ ਦਾ ਤੇਗਾ ਇੱਥੇ ਸੁਭਾਇਮਾਨ ਹੈ। ਕੋਈ ਹੋਰ ਸ਼ਸਤਰ ਉਹਨਾਂ ਦੇ ਸੁਭਾਇਮਾਨ ਨੇ। ਬਾਬਾ ਦੀਪ ਸਿੰਘ ਜੀਆਂ ਨੇ ਇਸ ਪਾਵਨ ਸਥਾਨ ਵਿਖੇ ਬਹੁਤ ਲੰਬਾ ਸਮਾਂ ਸੇਵਾਵਾਂ ਕੀਤੀਆਂ ਔਰ ਕਲਗੀਧਰ ਪਾਤਸ਼ਾਹ ਜੀਆਂ ਨੇ ਬਾਬਾ ਦੀਪ ਸਿੰਘ ਜੀਆਂ ਨੂੰ ਨੰਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਾਣ ਸਮੇਂ ਇੱਥੋਂ ਦੇ ਪਹਿਲੇ ਜਥੇਦਾਰ ਸਥਾਪਿਤ ਕੀਤਾ ਸੀ। ਇਸ ਤੋਂ ਇਲਾਵਾ ਇਸ ਸ਼ੀਸ਼ੇ ਨੂੰ ਗੁਰੂ ਜੀ ਦਾ ਵਰਦਾਨ ਹੈ ਕਿ ਲਕਵੇ ਦੇ ਕਾਰਨ ਵਿੰਗੇ ਹੋ ਚੁੱਕੇ ਮੂੰਹ ਵਾਲੇ ਵਿਅਕਤੀ 3 ਦਿਨ ਤੱਕ ਜੇਕਰ ਇਸ ਸ਼ੀਸ਼ੇ ਦੇ ਵਿੱਚ ਆਪਣਾ ਮੁਖ ਦੇਖਣਗੇ ਤਾਂ ਉਹਨਾਂ ਦੇ ਮੂੰਹ ਸਿੱਧੇ ਹੋ ਜਾਣਗੇ।